ਉਹਨਾਂ ਨੂੰ ਹੁਣ ਇੱਕੋ ਹੀ ਰਸਤਾ ਲੱਭ ਰਿਹਾ ਹੈ ਕਿ ਅਗਰ ਇਹ ਸ਼ਾਂਤੀਪੂਰਵਕ ਅੰਦੋਲਨ ਹੋਰ ਲੰਬਾ ਚੱਲ ਗਿਆ ਤਾਂ ਬੀਜੇਪੀ ਦਾ ਵੱਡਾ ਨੁਕਸਾਨ ਕਰੇਗਾ। ਸਾਡੇ ਪ੍ਰਧਾਨ ਮੰਤਰੀ ਜੀ ਪਤਾ ਕੀ ਕਹਿ ਰਹੇ ਨੇ, ਰੋਜ਼ ਲੋਕਾਂ ਨੂੰ ਇੱਕ ਭਰਮ ਫੈਲਾਉਂਦੇ ਆ, ਰੋਜ਼ ਲੋਕਾਂ ਦੇ ਵਿੱਚ ਵੱਡਾ ਝੂਠ ਬੋਲਦੇ ਆ। ਕੀ ਕਹਿੰਦੇ ਆ? ਕਹਿੰਦੇ ਜਿਹੜੀ MSP ਹੈ ਇਹ ਥੀ, ਇਹ ਹੈ ਔਰ ਰਹੇਗੀ। ਕਿ ਜਿਹੜਾ KMP ਜਾਮ ਕਰਨ ਦਾ ਪ੍ਰੋਗਰਾਮ ਹੈ ਉਹ ਕੁਝ ਸਮੱਸਿਆਵਾਂ ਨੂੰ ਧਿਆਨ 'ਚ ਰੱਖ ਕੇ ਕੱਲ ਨੂੰ ਸਵੇਰ ਆਪਾਂ 8 ਵਜੇ ਜਾਮ ਕਰਨਾ ਹੈ ਤੇ ਪਰਸੋਂ 8 ਵਜੇ ਤੱਕ, ਸਵੇਰ 8 ਵਜੇ ਤੱਕ ਜਾਮ ਰੱਖਣਾ। 24 ਘੰਟਿਆਂ ਦਾ ਜਾਮ ਹੈ। ਜਿਹਨੇ ਲਗਾਤਾਰ ਸੰਵਿਧਾਨ ਦੀ ਭਾਵਨਾਵਾਂ ਦੀਆਂ ਉਲੰਘਣਾ ਕੀਤੀਆਂ ਉਹ ਬੀਜੇਪੀ ਅੱਜ ਕੀ ਕਰ ਰਹੀ ਹੈ? ਡਾਕਟਰ ਅੰਬੇਡਕਰ ਦਾ ਦਿਨ ਮਨਾਉਣ ਜਾ ਰਹੀ ਹੈ। ਆਪਾਂ ਜਾਮ ਕੇਵਲ KMP ਕਰਨੀ ਹੈ। ਕਈ ਵਾਰੀ ਜਦੋਂ ਜਾਮ ਦੀ ਗੱਲ ਆ ਜਾਂਦੀ ਆ ਉਦੋਂ ਅਸੀਂ ਇੱਥੋਂ ਵੀ ਸਾਈਡਾਂ ਵਾਲੀਆਂ ਸੜਕਾਂ ਜੋ ਨਿਕਲਦੇ ਰਸਤੇ ਆ ਉਹਨਾਂ ਨੂੰ ਜਾਮ ਕਰ ਦਿੰਦੇ ਆ ਤੇ ਲੋਕਾਂ ਦੀ ਸਮੱਸਿਆ, ਆਂਢ ਗੁਆਂਢ ਜਿਹੜੇ ਪਿੰਡ ਵਸਦੇ ਨੇ, ਲੋਕ ਵਸਦੇ ਨੇ, ਉਹਨਾਂ ਦੀਆਂ ਮੁਸ਼ਕਲਾਵਾਂ ਆਉਂਦੀਆਂ। ਪਰਮ ਸਤਿਕਾਰਯੋਗ ਮੇਰੇ ਬਹੁਤ ਹੀ ਪਿਆਰੇ ਜੁਝਾਰੂ ਕਿਸਾਨ ਮਿੱਤਰੋ, ਮੇਰੀਆਂ ਸਤਿਕਾਰਯੋਗ ਭੈਣਾਂ, ਬਜ਼ੁਰਗ ਨੌਜਵਾਨ, ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਆਪਾਂ ਜਿਵੇਂ ਕੱਲ ਨੂੰ KMP ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ, ਉਹਦੇ ਸਬੰਧ ਦੇ ਵਿੱਚ ਕੱਲ ਸਾਰਾ ਦਿਨ, ਕੱਲ ਵੀ ਤੇ ਪਰਸੋਂ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਜਾਮ ਕਰਨਾ ਹੈ। ਪਰਸੋਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਪਹਿਲਾਂ, ਉਸ ਤੋਂ ਬਾਅਦ ਹਰਿਆਣੇ ਦੀਆਂ ਜਥੇਬੰਦੀਆਂ ਦੀ ਵੀ ਇੱਕ ਮੀਟਿੰਗ ਹੋਈ ਔਰ ਉਸ ਤੋਂ ਬਾਅਦ ਫਿਰ ਕੱਲ ਸੰਯੁਕਤ ਕਿਸਾਨ ਮੋਰਚੇ ਕਹਿਣ ਤੋਂ ਭਾਵ ਪੂਰੇ ਦੇਸ਼ ਲੈਵਲ ਦੀਆਂ ਸਾਰੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਜਿਨ੍ਹਾਂ ਵਿਚਾਰਾਂ ਤੋਂ ਸਾਡੀ ਸਮੁੱਚੀ ਜਮਾਤ ਨੂੰ, ਸਮੁੱਚੇ ਵੀਰਾਂ ਨੂੰ ਜਿਹੜੇ ਇੱਥੇ ਅੱਜ ਅੰਦੋਲਨ ਦੇ ਵਿੱਚ ਪਾਰਟ ਬਣੇ ਬੈਠੇ ਨੇ, ਹਿੱਸਾ ਲੈ ਰਹੇ ਨੇ, ਲੰਬੇ ਸਮੇਂ ਤੋਂ ਲਗਭਗ 4 ਮਹੀਨਿਆਂ ਤੋਂ ਉੱਪਰ ਸਮਾਂ ਬੀਤ ਗਿਆ ਉਹਨਾਂ ਦਾ। ਇੰਨਾ ਲੰਬਾ ਸਮਾਂ ਅੰਦੋਲਨ ਕਰਦੇ ਹੋਣ ਤੋਂ ਬਾਅਦ ਅੰਦੋਲਨ ਅੱਜ ਕਿਹੜੀਆਂ ਸਥਿਤੀਆਂ 'ਚ ਹੈ, ਸਰਕਾਰ ਦੀਆਂ ਕੀ ਵਿਉਂਤਬੰਦੀਆਂ ਹੈ, ਆਪਣੀ ਅੱਗੋਂ ਦੀ ਕਿਹੋ ਜਿਹੀ ਵਿਉਂਤਬੰਦੀ ਹੋਣੀ ਚਾਹੀਦੀ ਹੈ, ਇਹਦੇ ਤੇ 2 ਦਿਨ ਮੰਥਨ ਹੋਇਆ ਹੈ ਔਰ ਉਸ ਮੰਥਨ ਦੇ ਵਿੱਚੋਂ ਜੋ ਕੁਝ ਨਿਕਲਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਜ਼ਰੂਰੀ ਸਮਝਦੇ ਹੋਏ ਅਸੀਂ, ਭਾਵੇਂ ਮੀਟਿੰਗ ਹੈ ਸਾਡੀ ਇੱਕ ਉਹਦੇ ਟਿਕਰੀ ਬਾਰਡਰ ਤੇ ਹੋਰ ਹੋਣੀ, ਪਰ ਸਮਝਿਆ ਕਿ ਸਾਡੇ ਵੀਰਾਂ ਤੱਕ ਮਾਈਕ ਦੇ ਰਾਹੀਂ ਆਵਾਜ਼ ਜ਼ਰੂਰ ਪਹੁੰਚਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਸਾਰਿਆਂ ਨੂੰ ਕਿ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੈ। ਪਿਛਲੀ ਵਾਰ ਜਦੋਂ ਆਪਾਂ ਰੋਡ ਬਲੌਕ ਕੀਤੀਆਂ ਸਨ ਪੂਰੇ ਦੇਸ਼ ਦੀਆਂ, ਉਸ ਵੇਲੇ ਉਸ ਸਮੇਂ ਕੁਝ ਸਮੱਸਿਆਵਾਂ ਆਈਆਂ ਜਿਨ੍ਹਾਂ ਨੂੰ ਪ੍ਰੈਸ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਉੱਭਰ ਕੇ ਸਾਹਮਣੇ ਆਈਆਂ ਤੇ ਨਾਲ ਕੁਝ ਇਲਾਕੇ ਦੇ ਵੀਰਾਂ ਤੋਂ ਵੀ ਜਿਹੜੀਆਂ ਮੁਸ਼ਕਲਾਂ ਆਈਆਂ ਉਹ ਸਾਂਝੀਆਂ ਹੋਈਆਂ। ਇੱਕ ਦੂਜੇ ਦੇ ਨਾਲ ਬੈਠ ਕੇ ਮੀਟਿੰਗਾਂ ਹੋਈਆਂ, ਉਹਨਾਂ ਮੀਟਿੰਗਾਂ ਦੇ ਵਿੱਚੋਂ ਜੋ ਕੁਝ ਕੱਢਿਆ ਤੇ ਉਹਨੂੰ ਲੈ ਕੇ ਆਪਾਂ ਆਹ ਜਿਹੜਾ ਨਵਾਂ ਪ੍ਰੋਗਰਾਮ ਉਹਨੂੰ ਸਾਰੇ ਨੂੰ ਅਮਲ 'ਚ ਲੈਂਦਿਆਂ ਇਹ ਪ੍ਰੋਗਰਾਮ ਉਲੀਕੇ ਗਏ ਨੇ। ਇੱਕ ਤਾਂ ਜਿਵੇਂ ਦੱਸ ਗਏ ਨੇ ਜਗਮੋਹਨ ਵੀਰ ਕਿ ਜਿਹੜਾ KMP ਜਾਮ ਕਰਨ ਦਾ ਪ੍ਰੋਗਰਾਮ ਹੈ ਉਹ ਕੁਝ ਸਮੱਸਿਆਵਾਂ ਨੂੰ ਧਿਆਨ 'ਚ ਰੱਖ ਕੇ ਕੱਲ ਨੂੰ ਸਵੇਰ ਆਪਾਂ 8 ਵਜੇ ਜਾਮ ਕਰਨਾ ਹੈ ਤੇ ਪਰਸੋਂ 8 ਵਜੇ ਤੱਕ, ਸਵੇਰ 8 ਵਜੇ ਤੱਕ ਜਾਮ ਰੱਖਣਾ। 24 ਘੰਟਿਆਂ ਦਾ ਜਾਮ ਹੈ। ਇਸ ਗੱਲ ਦੇ ਉੱਤੇ ਸਾਰੇ ਮੇਰੇ ਵੀਰਾਂ ਨੇ ਪਹਿਰਾ ਦੇਣਾ, ਧਿਆਨ ਦੇਣਾ ਤੇ ਇੱਕ ਨਾਲ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਆਪਾਂ ਜਾਮ ਕੇਵਲ KMP ਕਰਨੀ ਹੈ। ਕਈ ਵਾਰੀ ਜਦੋਂ ਜਾਮ ਦੀ ਗੱਲ ਆ ਜਾਂਦੀ ਆ ਉਦੋਂ ਅਸੀਂ ਇੱਥੋਂ ਵੀ ਸਾਈਡਾਂ ਵਾਲੀਆਂ ਸੜਕਾਂ ਜੋ ਨਿਕਲਦੇ ਰਸਤੇ ਆ ਉਹਨਾਂ ਨੂੰ ਜਾਮ ਕਰ ਦਿੰਦੇ ਆ ਤੇ ਲੋਕਾਂ ਦੀ ਸਮੱਸਿਆ, ਆਂਢ ਗੁਆਂਢ ਜਿਹੜੇ ਪਿੰਡ ਵਸਦੇ ਨੇ, ਲੋਕ ਵਸਦੇ ਨੇ, ਉਹਨਾਂ ਦੀਆਂ ਮੁਸ਼ਕਲਾਵਾਂ ਆਉਂਦੀਆਂ। ਉਹਨਾਂ ਦੀਆਂ ਮੁਸ਼ਕਲਾਵਾਂ ਨੂੰ, ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖ ਕੇ ਇਹ ਪ੍ਰੋਗਰਾਮ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ ਉਹ ਇਹ ਆ ਦੋਸਤੋ ਕਿ ਸਰਕਾਰ ਜਿਸ ਤਰ੍ਹਾਂ
ਅੰਦਰੋਂ ਡਰੀ ਹੋਈ ਹੈ, ਉਸੇ ਤਰ੍ਹਾਂ ਬਾਹਰੋਂ ਆਪਣਾ ਰੁਖ ਅਜਿਹਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਹੋਣਾ ਚਾਹੁੰਦੀ ਹੈ ਕਿ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਜਾਂ ਸਰਕਾਰ ਨੂੰ ਇਹਦਾ ਇਹ ਅਕਸ਼ ਲੋਕਾਂ ਦੇ ਸਾਹਮਣੇ ਜਾਵੇ ਕਿ ਸਰਕਾਰ ਨੂੰ ਕੋਈ ਪਰਵਾਹ ਨਹੀਂ, ਜਿਹਦੇ ਵਿੱਚੋਂ ਬਹੁਤ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ ਸਰਕਾਰ। ਜਿਵੇਂ ਕਾਹਲ ਦੇ ਵਿੱਚ ਸਰਕਾਰ ਨੇ ਇੱਕ ਫੈਸਲਾ ਲਿਆ, ਭਾਵੇਂ ਉਹ ਅਸੀਂ ਅੱਜ ਨਾ ਕਿਸਾਨ ਉਹ ਚਾਹੁੰਦਾ ਤੇ ਨਾ ਉਹ ਸਾਡਾ ਆੜਤੀਆ ਵੀਰ ਚਾਹੁੰਦਾ, ਉਹ ਸਿਰਫ ਸਰਕਾਰ ਨੇ ਅੱਜ ਤੱਕ 30 ਸਾਲ ਪੁਰਾਣੀਆਂ ਮੰਗਾਂ ਜਿਹੜੀਆਂ ਕਦੇ ਮੰਗਦੇ ਸੀ ਕਿਸਾਨ, ਉਹਨਾਂ ਨੂੰ ਅੱਜ ਲਿਆ ਕੇ ਸਾਹਮਣੇ ਰੱਖਿਆ। ਉਸ ਵੇਲੇ ਜਦੋਂ ਦੇਸ਼ ਨੂੰ ਪੂਰੇ ਨੂੰ ਇੱਕ ਹੋਣ ਦੀ ਲੋੜ ਹੈ ਤੇ ਏਕਤਾ ਬਣਾ ਕੇ ਦੇਸ਼ ਚੱਲ ਵੀ ਰਿਹਾ ਹੈ, ਔਰ ਜਿਹਦੇ ਵਿੱਚ ਸਾਡੇ ਆੜਤੀਏ ਵੀਰਾਂ ਦਾ ਭਰਪੂਰ ਸਹਿਯੋਗ ਹੈ, ਪੂਰਾ ਸਹਿਯੋਗ ਦੇ ਰਹੇ ਨੇ, ਚਾਹੇ ਉਹ ਆਰਥਿਕ ਪੱਖ ਤੋਂ ਦੇ ਰਹੇ ਹੋਣ। ਔਰ ਇੱਥੇ ਬਹੁਤ ਸਾਰੇ ਵੀਰ ਹੈ ਆੜਤੀਏ ਪਰਿਵਾਰਾਂ ਦੇ ਵਿੱਚੋਂ ਐਸੇ ਵੀ ਹੈਗੇ ਜਿਹੜੇ ਆਪਣੇ ਧਰਨੇ 'ਚ ਵੀ ਬੈਠੇ ਨੇ, ਔਰ ਉਸ ਵੇਲੇ ਇਸ ਏਕਤਾ ਨੂੰ ਖੰਡਾਉਣ ਵਾਸਤੇ ਇੱਕ ਨਵੀਂ ਚਾਲ ਚੱਲ ਦਿੱਤੀ ਬੀਜੇਪੀ ਵਾਲਿਆਂ ਨੇ, ਇਸ ਸਰਕਾਰ ਨੇ, ਕਿ ਕਿਸਾਨਾਂ ਦੀ ਸਿੱਧੀ ਅਦਾਇਗੀ ਦਾ ਜਿਹੜਾ ਡੰਡਾ ਹੈ ਉਹ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਦਾ, ਤਾਂ ਕਿ ਕਿਸਾਨ ਤੇ ਆੜਤੀਏ ਦਾ ਆਪਸੀ ਫਰਕ ਪਵੇ, ਇਹ ਆਪਸੀ ਟੁੱਟਣ, ਆਪਸੀ ਨੇੜਤਾ ਇਹਨਾਂ ਦੀ ਖਿਲਰੇ। ਇਸ ਗੱਲ ਦੇ ਵਿੱਚੋਂ ਇਹ ਲੈ ਕੇ ਆਏ ਨੇ, ਜਿਹੜਾ ਇਹ ਪ੍ਰੋਗਰਾਮ ਲੈ ਕੇ ਆਏ ਨੇ ਹੁਣ। ਔਰ ਇਹਦੇ ਨਾਲ ਮੈਂ ਇੱਕ ਗੱਲ ਹੋਰ ਦੱਸਾਂ ਕਿ ਵੱਡੀ ਪੱਧਰ ਦੇ ਉੱਤੇ ਪਿਛਲੇ ਦਿਨ ਮੀਟਿੰਗ ਹੋਈ ਸਾਡੀ ਇੱਕ ਲੁਧਿਆਣੇ ਦੇ ਵਿੱਚ, ਤੇ ਸਾਡਾ ਜਿਹੜਾ ਮਜ਼ਦੂਰ ਭਾਈਚਾਰਾ ਹੈ ਉਹ ਸਾਨੂੰ ਸਹਿਯੋਗ ਦੇਣ ਦੀ ਗੱਲ ਕਰ ਰਿਹਾ ਹੈ। ਪਹਿਲਾਂ ਵੀ ਬਹੁਤ ਵੱਡੀ ਪੱਧਰ ਤੇ ਸਹਿਯੋਗ ਆ, ਪਰ ਉਹਨਾਂ ਨੇ ਮੰਨਿਆ ਕਿ ਅਸੀਂ ਇੱਕ ਧਿਰ ਦੇ ਤੌਰ ਦੇ ਉੱਤੇ ਵਿੱਚ ਆ ਕੇ ਉਤਰਾਂਗੇ, ਅਸੀਂ ਐਵੇਂ ਟੁੱਟਵਾਂ ਜਾਂ ਮਤਲਬ ਛੋਟੀ ਮੋਟੀ ਹਮਾਇਤ ਨਾਲ ਕੰਮ ਨਹੀਂ ਚੱਲਣਾ। ਉਹ ਸਮਝਦੇ ਆ ਇਸ ਗੱਲ ਨੂੰ ਕਿ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ, ਉਹ ਜਿਹੜਾ ਕਾਨੂੰਨ ਹੈ ਉਹ ਸਾਡੇ ਲਈ, ਮਜ਼ਦੂਰਾਂ ਲਈ, ਆਮ ਖਪਤਕਾਰਾਂ ਲਈ ਘਾਤਕ ਹੈ ਕਿਸਾਨਾਂ ਨਾਲੋਂ ਪਹਿਲਾਂ। ਔਰ ਇਹ ਸਮਝ ਕੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਵੀ ਰੱਖੇ, ਔਰ ਇਹ ਕਿਹਾ ਕਿ ਅਸੀਂ ਇਹਦੇ ਵਿੱਚ ਇਕਜੁੱਟ ਹੋ ਕੇ ਇਸ ਮੋਰਚੇ ਦਾ ਸਹਿਯੋਗ ਦੇਵਾਂਗੇ, ਔਰ ਦੇ ਵੀ ਰਹੇ ਨੇ। ਉਸੇ ਦਿਨ ਤੋਂ ਉਹਨਾਂ ਦੇ ਵੀਰ ਇਸ ਮੋਰਚੇ 'ਚ ਲਗਾਤਾਰ ਆਉਣੇ ਵੀ ਸ਼ੁਰੂ ਹੋਏ ਹੈ। ਤਾਂ ਮੇਰੇ ਦੋਸਤੋ, ਹੁਣ ਇਹਦੇ ਤੇ ਬੀਜੇਪੀ ਕੀ ਕਰਨ ਲੱਗੀ ਹੈ, ਇਸ ਗੱਲ ਨੂੰ ਜ਼ਰੂਰ ਸਮਝਣ ਦੀ ਲੋੜ ਹੈ ਕਿ ਜਿਹੜੀ ਬੀਜੇਪੀ ਅੱਜ ਤੱਕ ਭਾਰਤੀ ਸੰਵਿਧਾਨ ਨੂੰ ਮੰਨਣ ਲਈ ਤਿਆਰ ਨਹੀਂ ਸੀ, ਜਿਹੜੀ ਬੀਜੇਪੀ ਅੱਜ ਤੱਕ ਭਾਰਤੀ ਸੰਵਿਧਾਨ ਨੂੰ ਮੰਨਣ ਲਈ ਤਿਆਰ ਨਹੀਂ ਸੀ, ਜਿਹਨੇ ਲਗਾਤਾਰ ਸੰਵਿਧਾਨ ਨੂੰ ਤੋੜਿਆ, ਜਿਹਨੇ ਲਗਾਤਾਰ ਸੰਵਿਧਾਨ ਦੀ ਭਾਵਨਾਵਾਂ ਦੀਆਂ ਉਲੰਘਣਾ ਕੀਤੀਆਂ, ਉਹ ਬੀਜੇਪੀ ਅੱਜ ਕੀ ਕਰ ਰਹੀ ਹੈ, ਡਾਕਟਰ ਅੰਬੇਡਕਰ ਦਾ ਦਿਨ ਮਨਾਉਣ ਜਾ ਰਹੀ ਹੈ। ਆ 14 ਤਰੀਕ ਨੂੰ ਕਹਿੰਦੇ ਅਸੀਂ ਡਾਕਟਰ ਅੰਬੇਡਕਰ ਦਾ ਦਿਨ ਮਨਾਵਾਂਗੇ। ਜਿਹੜੀ ਬੀਜੇਪੀ ਦੇ ਲੋਕ ਜਾਂ ਆਰਐਸਐਸ ਦੇ ਲੋਕ ਇਸੇ ਡਾਕਟਰ ਅੰਬੇਡਕਰ ਨੂੰ ਕਦੇ ਗਾਲਾਂ ਕੱਢਦੇ ਰਹੇ ਨੇ ਕਿ ਉਹਨਾਂ ਦਾ ਕਾਨੂੰਨ ਬੜਾ ਗਲਤ ਹੈ, ਉਹਨਾਂ ਨੇ ਬੜਾ ਮਾੜਾ ਕਾਨੂੰਨ ਬਣਾਤਾ, ਔਰ ਉਹ ਲੋਕ ਅੱਜ ਡਾਕਟਰ ਅੰਬੇਡਕਰ ਦਾ ਦਿਨ ਮਨਾ ਰਹੇ। ਕਿਉਂ ਮਨਾ ਰਹੇ ਆ? ਉਹ ਇਸ ਕਰਕੇ ਮਨਾ ਰਹੇ ਆ ਦੋਸਤੋ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਅੱਜ ਦੇਸ਼ ਦਾ ਕਿਸਾਨ ਸਾਡੇ ਨਾਲ ਵਿਰੋਧ ਕਰ ਰਿਹਾ ਹੈ। ਜਦੋਂ ਅਸੀਂ ਬਾਹਰ ਕਿਤੇ ਡਾਕਟਰ ਅੰਬੇਡਕਰ ਦਾ ਦਿਨ ਮਨਾਉਣ ਵਾਸਤੇ ਜਾਵਾਂਗੇ ਤਾਂ ਕਿਸਾਨ ਸਾਡਾ ਵਿਰੋਧ ਕਰਨਗੇ, ਤੇ ਜਦੋਂ ਕਿਸਾਨ ਵਿਰੋਧ ਕਰਨਗੇ ਉਦੋਂ ਸਾਨੂੰ ਇੱਕ ਬਹਾਨਾ ਮਿਲੂ ਇਹ ਗੱਲ ਕਹਿਣ ਦਾ ਕਿ ਅਸੀਂ ਤਾਂ ਡਾਕਟਰ ਅੰਬੇਡਕਰ ਦਾ ਦਿਨ ਮਨਾ ਰਹੇ ਸੀ, ਔਰ ਜਿਹੜਾ ਸਾਡਾ ਵਿਚਾਰਾ ਬਹੁਜਨ ਸਮਾਜ ਦੇ ਵੀਰ ਨੇ, ਐਸਸੀ ਬੀਸੀ ਲੋਕ ਵੀਰ ਬੈਠੇ ਨੇ ਸਾਡੇ, ਉਹਨਾਂ ਲੋਕਾਂ ਦਾ ਸਾਡੇ ਨਾਲੋਂ ਪਾੜਾ ਪਾਉਣ ਦੇ ਲਈ ਕਿ ਤੁਹਾਡੇ ਲੀਡਰ ਦਾ ਦਿਨ ਮਨਾਉਣਾ ਚਾਹੁੰਦੇ ਸੀ ਅਸੀਂ, ਔਰ ਇਹਨੂੰ ਸਾਨੂੰ ਕਿਸਾਨ ਮਨਾਉਣ ਨਹੀਂ ਦੇ ਰਹੇ। ਇਸ ਕਰਕੇ ਇਹ ਗੱਲ ਸਾਰੀ ਨੂੰ ਧਿਆਨ 'ਚ ਲਿਆ ਕੱਲ ਮੋਰਚੇ ਨੇ ਕਿ ਆਪਾਂ ਜਿਹੜਾ, ਵੈਸੇ ਤਾਂ ਇਹ ਗੱਲ ਪੀਸੀ ਦੇ ਵਿੱਚ ਕਰਨ ਵਾਲੀਆਂ ਗੱਲਾਂ ਹੈ, ਉਹਦੇ ਵਿੱਚ ਵੀ ਅਸੀਂ ਦੱਸਾਂਗੇ, ਪਰ ਇੰਨੀ ਕੁ ਗੱਲ ਜ਼ਰੂਰੀ ਆ ਮੈਂ ਦੱਸਣੀ ਚਾਹੁੰਦਾ ਇੱਥੇ ਕਿ ਦੋਸਤੋ 14 ਤਰੀਕ ਨੂੰ ਅਸੀਂ ਆਮ ਦਿਨਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਔਰ ਕਰਦੇ ਰਹਾਂਗੇ। ਇਹ ਕੱਲ ਫੈਸਲਾ ਹੋਇਆ ਜਿਹੜਾ ਸੰਯੁਕਤ ਮੋਰਚੇ ਦਾ, ਮੈਂ ਉਹ ਦੱਸਣ ਲੱਗਾ ਤੁਹਾਨੂੰ। ਉਹ ਆਮ ਟਾਈਮ ਦੇ ਵਿੱਚ ਉਸੇ ਤਰ੍ਹਾਂ ਚੱਲਦਾ ਰਹਿਣਾ, ਔਰ ਉਹਦੇ ਵਿੱਚ ਇਹ ਜ਼ਰੂਰ ਹੈ
कि काले झंडे ते मतलब उन्होंने नारियां दे नाल विरोध करना हाथापाई वाली गल तो क्यों है, मैं दो तीन गल्लां दसणियां चाहुंदा है। वो इसलिए है कि बीजेपी पंजाब नहीं कला पूरे देश के हरियाणे के हालात बिगाड़ने चाहती है। बीजेपी ये चाहती है कि तरह तरह के वो बयान दिते जान जिन्हां नाल लोकां दे अंदर गुस्सा वधे और उस गुस्से तो भड़क के लोग साडे नाल लड़ाई सीधी लड़ाई दे विच पैण ते उत्थे जाके लोकां दा जिहड़ा अंदोलन आ इत्थों दा अंदोलन आ जिहड़ा वो हरियाणे दा हरियाणे सीमित रह जे, पंजाब दा पंजाब सीमित रह जे और जिलियां दे विच लोग अंदोलन लई खिलर जाण और इत्थों दा अंदोलन कमज़ोर हो जाए। ये सियासत ते चाल दे नाल वो तुहाडे नाल सीधी टक्कर लैण दे विच विचार बना के वो अपने लीडरां तो अजिहे ऊट पटांग उल्टे सीधे बयान दे के दवा के तुहाडे नाल सीधी टक्कर करनी चाहुंदे आ। मेरे दोस्तों, इत्थे सानू बहुत संजम, बहुत सबर, बहुत दिमाग लड़ा के इस उन्हां दी चाल नू फिर कट्टण दा समय, एक बहुत बड़ा वार आ उन्हां दा साडे ते और इसलिए फैसला होया कि जिहड़ा 14 तरीक नू कोई भी व्यक्ति अगर डॉक्टर अंबेडकर का दिन मनाउंदा, कोई भी मनाउंदा है वो मनावे, सानू कोई इतराज नहीं, असी भी इत्थे मनाउणा है। और 14 तरीक नू आपां ये फैसला करिया होया है कि अगर किसी भी थां दे उत्ते जाके बीजेपी वाले भी कोई दिन मनाउंदे आ तां किरपा करके इस गल नू ध्यान च रखदिआं, मोर्चे की वड्डेपन नू ध्यान च रखदिआं, किसान मजदूर मुलाजम एकता नू ध्यान च रखदिआं ये किसी ने अजिहा नहीं करना ताकि किसी तरह का यह ना जाए मैसेज कि अंबेडकर का दिन मनाते सीगे और किसानों ने एक जातिवाद वाल नूं किसानों नूं लिजाण दी और इत्थे जातिवाद की गल फैला के साडे अंदोलन नूं कमज़ोर करने की सरकार नूं ताकत ना मिले, इस गल का आपां सारिआं ने ध्यान देना है। और मेरे दोस्तों, मैं जिहड़ी बेनती कर रहा सी उस तो होर बहुत सारियां गल्लां पास होईयां ने जिहड़ियां पीसी दे विच तुहाडे नाल साਂਝੀਆਂ भी करांगे। तां एक ये गल जी बहुत इंपोर्टेंट सी जी ध्यान दे विच रखण वाली जी मैं तुहाडे तक पहुँचाउणी जरूरी समझदा सी। तां मेरे दोस्तों, जी मैं गल कीती सीगी कि सरकार बाहरों दबका विखाउणा चाहुंदी है ते अंदरों डरी हुई है, वो गल तुसीं नोट कर लो दो तीन गल्लां तो कि इसे ही सरकार दे बहुत सारे सीनियर लोग किसी ने तो यह बयान दिता है कि किसानां नाल पंगा ना लो, ये 300 साल नहीं भुलते। किसी ने यह कहा कि इन्हों MSP की गारंटी का कानून दिओ, किसी ने यह भी कहता कि किसानां दे मसले नूं जल्दी सुलझाउणा चाहिए और इदू भी गाहां इन्हां दीआं नीतियां नूं समझदे होए इन्हां दा जिवें तुहानूं पता अपने पंजाब वालिआं नूं तां खास करके मलोट दे विच जो घटना वापरी है, उस घटना वापरन तो बाद बीजेपी का देहाती का प्रधान छड्ड के बीजेपी नूं तुहाडे विच शामिल होया और तुहाडे अंदोलन च आया, तुहाडे धरने जाके बैठा है। ये तुहाडे लई एक पॉजिटिव गल है और बीजेपी के मूँह ते चपेड़ आ, उहदियां नीतियां दे मूँह ते चपेड़ मारी है उस वीर ने तुहाडे विच शामिल होके। सो मेरे दोस्तों, आपां दिन ब दिन अगाह वल नूं वध रहे हैं और वो जिवें जिवें इन्हां दा नुकसान हुंदा जा रहा है उन्हां नूं हुण इक्को ही रस्ता लभ रहा है कि अगर ये शांतिपूर्वक अंदोलन होर लंबा चल गया तो बीजेपी का बड़ा नुकसान करेगा। अगर इनू अंदोलन नूं असीं बीजेपी के नुकसान नूं बचाउणा है तो किसी ना किसी तरीके दे नाल इन्हां लोकां नूं किसानां नूं उकसा के इन्हां नूं अग्रैसिव करके ये अंदोलन नूं खिंडाउण वास्ते राह अख्तियार किया जाए, तुहानूं भड़का के आपदे लीडरां दे नाल सीधी टक्कर दे विच पा के वो तुहानूं भड़काउणा चाहुंदे ने। इस गल ते आपां सारिआं ने बड़े सबर ते संतोख तो कम लैके अंदोलन नूं आखिरी पड़ाव तक जो साडी फार्म बना के चले हुए हैं, जिस तरीके जिस फार्मूले नाल असीं जित बल नूं वध रहे हैं, जिस तरीके दे नाल अज फिर दोबारा वर्ल्ड दे विच किसानी दीयां गल्लां हो रही ने। कल संयुक्त किसान मोर्चे की मीटिंग दे विच ये गल होई है कि अज हुण फिर दोबारा पूरे देश दे विच जे किते किसानी आगुआं की गल हो रही है, किसानी आगुआं नूं बुलाया जा रहा है तो फिर कहा जा रहा है कि सिख चेहरा साडे भेजो। तो इसका मतलब मेरे दोस्तों, तुहाडी मुड़ दोबारा चढ़दी कला, मुड़ दोबारा इस पग का इस दस्तार का दी जय जयकार होने लगी है हिंदुस्तान नहीं कल्ले दे विच पूरे वर्ल्ड दे विच।
इस गल नूं साਂਭ के इस गल नूं कायम रखते हुए आपां सारिਆਂ ने बड़ी संभल के कदम चकद्या होया, क्योंकि जो चिक्कड़ होवे ते धरती भी तिलकनी होवे उस वेले तो फिर पैर जमा जमा के धर के अगां तुरना पैंदा है। और ये सानू सारिਆਂ नूं लोड़ है इस गल दी, हर एक अपना अपनी जिम्मेवारी समझ के होए इन्हां गल्लां ते पहरे देने आ। नाल दी नाल तुसीं मैं बेनती कीती सी ना भी जिवें अंदरों डरे ने ते बाहरों अग्रैसिव नज़र आ रहे ने, उहदे चों की देखिआ है कि कहंदे जी असीं तां सिद्धी अदायगी ही करांगे। स्पष्ट है कि साडे नालों साडे आड़तीए वीरां नूं तोड़ना चाहुंदे ने। आ जिहड़ी ये कह रहे हैं कि असीं दिन मनावांगे, ये स्पष्ट है कि साडे नालों साडा मजदूर भाईचारे नूं दूर करना चाहुंदी है सरकार। और इस तो अगे तुसीं एक होर कदम सुने देखिआ कि DAP यूरिया दे विच वाधे कीते ने, बेमिसाल वाधे कीते है, जिहदे नाल किसानी दे उत्ते वड्डा बोझ पैना है। और वो जिहड़ी गल होई है उहनूं तुसीं अपने आप समझो कि जिहड़ी सरकार कहंदी है कि किसानां दी आमदन वधावांगे, वो सरकार किसानां दा खर्चा डबल हो रहा है, उहदे तो पिछां हटी हुई है और उहनूं जबरदस्ती किसानां ते लागू कर रही है। तो दूसरे पासे कहंदी है किसानां दी आमदन वधेगी। और ये मेरे दोस्तों इन्हां दे खोखले वादे आहिस्ता आहिस्ता तुहाडे सामने नंगे हुंदे नज़र आ रहे ने। नाल एक गल होर नोट करियो, साडे प्रधानमंत्री जी पता की कह रहे ने, रोज़ लोकां नूं एक भरम फैलाउंदे आ, रोज़ लोकां दे विच वड्डा झूठ बोलदे आ। की कहंदे आ, कहंदे जिहड़ी MSP है ये थी, ये है और रहेगी। ये गल दा भरम आम लोकां दे विच फैलाया जा रहा है कि असीं MSP नूं तां हिलाउंदे ही नहीं। हुण मैं MSP दे मसले ते जे आपां 2 मिनट की गल करिए, बाली लंबी गल नहीं मैं करनी क्योंकि मीटिंग दे विच जाना है, तो मेरे दोस्तों विचार करियो MSP का मामला अगर ये था, जो कहते हैं कि MSP थी, अगर ये है सी, यूपी दे बिहार दे किसान ने झोना आके पंजाब च क्यों बेचा? इस गल का जवाब देवे सरकार। कोई जवाब नहीं। और अज बाहरलियां स्टेटां तो कणक दोबारा फिर आके पंजाब दे विच विकण वास्ते ट्रालियां दे ट्राले भर के आ रही है। तो यदा मतलब सरकार का यह गल और ये दावा, ये वादा, ये फोकियां फड़ा सब झूठ नज़र आ रही हैं। कि जेकर उत्थे कणक 1900 नूं विकदी हुंदी तो पंजाब दे विच यूपी बिहार तो आके कणक विकण का कोई मतलब नहीं बनता सी, कोई तुक नहीं बनती सी। उत्थों आके कणक फिर विक रही है। तो मेरे दोस्तों जिहड़ी ये गल कहंदे ने कि MSP थी, उन्होंने अगर होर ध्यान नाल देखिए कि MSP जिहड़ी मक्की ते MSP 1840 रुपये सी और किसानां बेचारियां नूं 600-700 नूं मक्की सिटनी पई है। ये भी तुहाडीआं अखां दे सामने है। एक होर गल जिहड़ी ये कहंदे ने कि असीं इन्हां कानूनां दे राहीं देश के किसान नूं जिथे मर्जी फसल बेचण दा अख्तियार देता, ये अख्तियार देता की गल करते हैं। तो मैं एक गल पूछनी चाहना इत्थे प्रधानमंत्री जी तो कि इस गल का जवाब देवे कि तुसी लागू किया होया है कि मेरी फसल मेरा ब्यौरा। हर किसान ने अपनी फसल जिहड़ी बेचनी है उहदे उत्ते पहला रिकॉर्ड देना पैना, जमाबंदियां देनियां पैणियां कि मेरे को इन्नी जमीन का मैं मालक हाँ तो इन्नी जमीन दे विच इन्नी मेरी कणक है। वो एग्रीकल्चर डिपार्टमेंट या एग्रीकल्चर यूनीवर्सिटी दसेगी कि इहदा आ उत्पादन है तो इस किसान की इन्नी कणक विकनी है और उन्नी ही खरीदी जानी है। तो मेरी बेनती है मेरे दोस्तों, पंजाब का किसान की आपदी फसल का ब्यौरा बाहर जाके दिखा सकेगा या बाहरला किसान की आपदी फसल का ब्यौरा आके पंजाब दे विच रख सकेगा? नहीं रख सकेगा। ਇਹਦਾ मतलब की है कि इन्हां दी गल अपने आप आपा विरोधी है और झूठ है जो साबित हो रही है। मेरे दोस्तों जिहड़ा कानूनां च कह रहे ने कि असीं किसान नूं जिथे मर्जी फसल बेचण दा अख्तियार देता, ये नहीं है दोस्तों। ये गल की है? ये गल ये है कि व्यापारी नूं खुल के लुट के लिया के इत्थे आपदी फसल नूं भरन दा मौका दिता गया है और उस तरीके दे नाल भरीआं जा रही हैं। सो मैं ये जिहड़े सरकारां दे अजिहे फैसले ने इहदे तो सतर्क रहण दी लोड़ है।
ਆਪਾਂ ਜਿਹੜੇ ਇੱਥੇ ਬੈਠੇ ਆ, ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਮੇਰੇ ਵੀਰੋ, ਹੁਣ ਆਪਣਾ ਟ੍ਰੈਂਡ ਆ, ਆਪਣਾ ਇਹ ਕੰਮ ਬਣ ਗਿਆ ਕਿ ਆਪਾਂ ਇੱਥੇ ਛੰਨਾ ਵਗੈਰਾ ਬਣਾ ਕੇ ਉਹ ਪ੍ਰੋਗਰਾਮ ਬਣਾ ਰਹੇ ਆ, ਤੰਬੂ ਵਗੈਰਾ ਲਾ ਰਹੇ ਆ। ਥੋੜੀ ਜਿਹੀ ਇਸ ਗੱਲ ਦਾ ਧਿਆਨ ਰੱਖਿਆ ਜਾਏ, ਜਦੋਂ ਤੰਬੂ ਲਾਉਣੇ ਆ ਜਾਂ ਛੰਨ ਬਣਾਉਣੇ ਆ, ਇੱਕ ਤੋਂ ਦੂਸਰੀ ਛੰਨ ਦਾ ਥੋੜਾ ਜਿਹਾ ਫੈਸਲਾ ਰੱਖਿਆ ਜਾਵੇ, ਕਿਉਂਕਿ ਕਿਤੇ ਵੀ ਅਗਰ ਕੋਈ ਮਿਸ ਹੈਪਨਿੰਗ ਹੁੰਦੀ ਆ, ਕੋਈ ਘਟਨਾ ਵਾਪਰਦੀ ਹੈ, ਕਈ ਵਾਰੀ ਗਰਮੀ ਦਾ ਮੌਸਮ ਆਉਣਾ, ਸਰਕਟ ਸ਼ਾਰਟ ਹੋ ਸਕਦੇ ਨੇ, ਕੋਈ ਕਾਰਨ ਹੋਰ ਹੋ ਸਕਦਾ ਹੈ, ਅੱਗਾਂ ਵਗੈਰਾ ਲੱਗਣ ਦੀਆਂ ਘਟਨਾਵਾਂ ਹੋ ਸਕਦੀਆਂ, ਔਰ ਉਹਨਾਂ ਸਮਿਆਂ ਦੇ ਉੱਤੇ ਆਪਾਂ ਇਸ ਗੱਲ ਨੂੰ ਕੰਟਰੋਲ ਕਰਨ ਦੇ ਲਈ ਥੋੜਾ ਡਿਸਟੈਂਸ ਬਣਾ ਕੇ ਇੱਕ ਤੋਂ ਦੂਸਰੀ ਦਾ ਬਣਾਈਏ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਹਨੇ ਕੇ ਏਰੀਏ ਦੇ ਵਿੱਚ ਉਹਨੂੰ ਕੰਟਰੋਲ ਕਰ ਲਿਆ ਜਾ ਸਕੇ। ਔਰ ਆਪਾਂ ਅਸੀਂ ਸੰਯੁਕਤ ਮੋਰਚੇ ਵੱਲੋਂ ਵੀ ਔਰ ਤੁਹਾਨੂੰ ਵੀ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇੱਥੇ ਵੱਧ ਤੋਂ ਵੱਧ ਆਪਾਂ ਪਾਣੀ ਦਾ ਪ੍ਰਬੰਧ, ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪ੍ਰਬੰਧ ਵੀ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਅਗਰ ਕਿਤੇ ਕੋਈ ਘਟਨਾ ਵਾਪਰਦੀ ਹੈ ਤਾਂ ਕੰਟਰੋਲ ਕੀਤੀ ਜਾ ਸਕੇ। ਸੋ ਮੇਰੀਆਂ ਇੰਨੀਆਂ ਕੁ ਬੇਨਤੀਆਂ ਉਹ ਪ੍ਰਵਾਨ ਕਰਿਓ। ਅੰਦੋਲਨ ਸ਼ਾਂਤਮਈ ਢੰਗ ਦੇ ਨਾਲ ਆਪਣਾ ਅੱਗੇ ਵਧ ਰਿਹਾ ਹੈ, ਪੂਰੇ ਦੇਸ਼ ਦੇ ਵਿੱਚ ਆਪਾਂ ਫੈਲ ਰਹੇ ਹਾਂ, ਔਰ ਪੂਰੇ ਦੇਸ਼ ਦੇ ਵਿੱਚ ਜਿਵੇਂ ਜਿਵੇਂ ਫੈਲਾਂਗੇ ਉਵੇਂ ਉਵੇਂ ਬੀਜੇਪੀ ਦਾ ਗ੍ਰਾਫ ਡਾਊਨ ਜਾਏਗਾ, ਜਿਵੇਂ ਜਿਵੇਂ ਬੀਜੇਪੀ ਦਾ ਗ੍ਰਾਫ ਡਾਊਨ ਜਾਏਗਾ ਉਵੇਂ ਉਵੇਂ ਤੁਹਾਡੀ ਜਿੱਤ ਵੱਲ ਨੂੰ ਕਦਮ ਵਧਣਗੇ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।